हाँ जी डियर स्टूडेंट्स, वेरी गुड मॉर्निंग टू ऑल ऑफ यू। ਅੱਜ ਅਸੀਂ ਚੇਂਜ ਆਫ ਨਰੇਸ਼ਨ ਦੇ ਬਾਰੇ ਕੁਛ ਇੱਕ ਬੇਸਿਕ ਗੱਲਾਂ ਨੇ ਜਿਹੜੀਆਂ ਜਿਹੜੀਆਂ ਨਰੇਸ਼ਨ ਚੇਂਜ ਕਰਨ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਨੇ, ਉਹਨਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਉਹ ਗੱਲਾਂ ਆਪਾਂ ਕਰਾਂਗੇ ਅੱਜ। ਹਾਂਜੀ ਬੇਟਾ, ਦੇਖੋ ਸਭ ਤੋਂ ਪਹਿਲਾਂ ਇੱਕ ਸੈਂਟੈਂਸ ਅਸੀਂ ਦੇਖਦੇ ਹਾਂ। ਡਾਇਰੈਕਟ ਨਰੇਸ਼ਨ ਹੈ ਇਹ। ਡਾਇਰੈਕਟ ਨਰੇਸ਼ਨ ਦੇਖੋ, ਹੀ ਸੈਡ ਰਾਮ ਇਜ਼ ਅ ਗੁੱਡ ਬॉय। ਇਹ ਦੋ ਪਾਰਟ ਹੋ ਗਏ ਪੁੱਤ। ਦੇਖੋ ਪਹਿਲਾ ਪਾਰਟ ਹੀ ਸੈਡ ਹੈ, ਦੂਜਾ ਪਾਰਟ ਹੈਗਾ ਰਾਮ ਇਜ਼ ਏ ਗੁੱਡ ਬॉय। ਠੀਕ ਹੈ। ਹਾਂਜੀ, ਜਿਹੜਾ ਹੀ ਸੈਡ ਹੈ ਉਹਨੂੰ ਕਹਿੰਦੇ ਹੈ ਰਿਪੋਰਟਿੰਗ ਵਰਬ। ਕੀ ਕਹਿੰਦੇ ਆ ਬਈ? ਰਿਪੋਰਟਿੰਗ ਵਰਬ। ਤੇ ਰਾਮ ਇਜ਼ ਅ ਗੁੱਡ ਬॉय, ਰਾਮ ਇਜ਼ ਅ ਗੁੱਡ ਬॉय, ਇਹਨੂੰ ਕਹਿੰਦੇ ਆ ਬੇਟਾ ਰਿਪੋਰਟਡ ਸਪੀਚ। ਇਹਨੂੰ ਕੀ ਕਹਿੰਦੇ ਆ? ਰਿਪੋਰਟਡ ਸਪੀਚ। ਠੀਕ ਹੈ ਬਈ। ਕਰੀ ਫਿਰ ਦੇਖੋ, ਹੀ ਸੈਡ ਇਹਨੂੰ ਕੀ ਕਹਿੰਦੇ ਪੁੱਤ? ਰਿਪੋਰਟਿੰਗ ਵਰਬ। ਰਿਪੋਰਟਿੰਗ ਵਰਬ। ਦੂਜਾ ਰਾਮ ਇਜ਼ ਏ ਗੁੱਡ ਬॉय, ਇਹਨੂੰ ਕਹਿੰਦੇ ਆ ਰਿਪੋਰਟਡ ਸਪੀਚ। ਇਹਨੂੰ ਕੀ ਕਹਿੰਦੇ ਆ ਬਈ? ਰਿਪੋਰਟਡ ਸਪੀਚ। ਅੱਗੇ ਦੇਖੋ, ਸਭ ਤੋਂ ਪਹਿਲਾਂ ਕੀ ਹੈ ਬੇਟਾ? ਪੁਆਇੰਟ ਟੂ ਰਿਮੈਂਬਰ ਅਬਾਊਟ ਡਾਇਰੈਕਟ ਸਪੀਚ। ਡਾਇਰੈਕਟ ਜਿਹੜੀ ਸਪੀਚ ਹੈ ਉਹਦੇ ਬਾਰੇ ਅਸੀਂ ਦੇਖੋ, ਡਾਇਰੈਕਟ ਸਪੀਚ ਤੁਹਾਨੂੰ ਮੈਂ ਦਿਖਾਵਾਂ। ਜਿਹੜਾ ਆਪਾਂ ਇਹ ਕੀਤੀ ਹੈ ਸਪੀਚ, ਇਹ ਡਾਇਰੈਕਟ ਹੈ। ਆ ਸੀਗੀ, ਦੇਖੋ ਜਿਹੜੀ ਆਹ ਸਪੀਚ ਹੈ, ਆਹ ਇਹ ਡਾਇਰੈਕਟ ਸਪੀਚ ਹੈ। ਇਹ ਡਾਇਰੈਕਟ ਸਪੀਚ ਹੈ। ਠੀਕ ਹੈ ਬਈ। ਤਾਂ ਇਹਦੇ ਬਾਰੇ ਜਿਹੜੀਆਂ ਜ਼ਰੂਰੀ ਗੱਲਾਂ ਆਪਾਂ ਯਾਦ ਰੱਖਣੀਆਂ ਨੇ ਉਹ ਕੀ ਨੇ? ਦੇਅਰ ਸ਼ੁੱਡ ਬੀ ਕੌਮਾ, ਦੇਅਰ ਸ਼ੁੱਡ ਬੀ ਕੌਮਾ ਆਫਟਰ ਰਿਪੋਰਟਿੰਗ ਵਰਬ। ਆਫਟਰ ਰਿਪੋਰਟਿੰਗ ਵਰਬ। ਜਿਵੇਂ ਹੀ ਸੈਡ ਲੱਗਿਆ, ਦੇਖੋ ਹੀ ਸੈਡ ਤੋਂ ਬਾਅਦ ਕੀ ਹੈ? ਕੌਮਾ। ਹੀ ਸੈਡ, ਹੀ ਸੈਡ, ਸੈਡ ਤੋਂ ਬਾਅਦ ਕੀ ਲੱਗਿਆ? ਕੌਮਾ। ਠੀਕ ਹੈ, ਇਹੀ ਗੱਲ ਕਹਿ ਰਿਹਾ ਇਹ। ਦੇਅਰ ਸ਼ੁੱਡ ਬੀ ਕੌਮਾ ਆਫਟਰ ਰਿਪੋਰਟਿੰਗ ਵਰਬ। ਆਪਾਂ ਡਾਇਰੈਕਟ ਦੀ ਗੱਲ ਕਰ ਰਹੇ ਹਾਂ। ਡਾਇਰੈਕਟ ਸਪੀਚ ਜਿਹੜੀ ਡਾਇਰੈਕਟ ਨਰੇਸ਼ਨ ਹੈ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਦੇਅਰ ਸ਼ੁੱਡ ਬੀ ਕੌਮਾ ਆਫਟਰ ਰਿਪੋਰਟਿੰਗ ਵਰਬ। ਸੈਕਿੰਡ ਹੈ ਬਈ, ਰਿਪੋਰਟਡ ਸਪੀਚ ਇਜ਼ ਆਲਵੇਜ਼ ਕੈਪਟ ਇਨ ਕੌਮਾਸ। ਜਿਹੜੀ ਰਿਪੋਰਟਡ ਸਪੀਚ ਹੈ, ਜਿਹੜੀ ਰਿਪੋਰਟਡ ਸਪੀਚ ਹੈ ਉਹਨੂੰ ਹਮੇਸ਼ਾ ਇਨਵਰਟਡ ਕੌਮਾਸ, ਇਨਵਰਟਡ ਕੌਮਾਸ। ਰਿਪੋਰਟਡ ਸਪੀਚ ਇਜ਼ ਆਲਵੇਜ਼ ਕੈਪਟ ਇਨ ਇਨਵਰਟਡ ਕੌਮਾਸ। ਠੀਕ ਹੈ ਬਈ। ਦੇਖੋ ਕੀ ਸੀਗਾ? ਹੀ ਸੈਡ ਰਾਮ ਇਜ਼ ਏ ਗੁੱਡ ਬॉय। ਹੁਣ ਰਾਮ ਇਜ਼ ਏ ਗੁੱਡ ਬॉय, ਉਹਨੂੰ ਆਪਾਂ ਇਨਵਰਟਡ ਕੌਮਾਸ ਦੇ ਵਿੱਚ ਰੱਖਿਆ। ਠੀਕ ਹੈ ਬਈ। ਓਕੇ, ਅੱਗੇ ਦੇਖੋ। ਹਾਂ ਬਈ, ਪੁਆਇੰਟ ਟੂ ਰਿਮੈਂਬਰ ਅਬਾਊਟ ਇਨਡਾਇਰੈਕਟ ਸਪੀਚ। ਹੁਣ ਆਪਾਂ ਗੱਲ ਕਰਦੇ ਹਾਂ ਇਨਡਾਇਰੈਕਟ ਸਪੀਚ ਬਾਰੇ। ਪਹਿਲਾਂ ਆਪਾਂ ਡਾਇਰੈਕਟ ਬਾਰੇ ਕੀਤੀ ਸੀ ਗੱਲਬਾਤ, ਹੁਣ ਆਪਾਂ ਗੱਲ ਕਰਦੇ ਹਾਂ ਇਨਡਾਇਰੈਕਟ ਬਾਰੇ। ਇਹ ਕੀ ਹੈ ਬਈ? ਨੋ ਯੂਜ਼ ਆਫ ਕੌਮਾ ਆਫਟਰ ਰਿਪੋਰਟਿੰਗ ਵਰਬ। ਠੀਕ ਹੈ ਬਈ। ਆਪਾਂ ਕੀ ਕੀਤਾ ਸੀ? ਹੀ ਸੈਡ ਦੈਟ। ਠੀਕ ਹੈ, ਤਾਂ ਉੱਥੇ ਆਪਾਂ ਕੌਮਾ ਨਹੀਂ ਲਾਇਆ, ਉਹ ਜਦੋਂ ਡਾਇਰੈਕਟ ਟੂ ਇਨਡਾਇਰੈਕਟ ਬਣਾਇਆ ਸੀਗਾ। ਫਿਰ ਹੈਗਾ ਬੇਟਾ ਨੋ ਯੂਜ਼ ਆਫ ਇਨਵਰਟਡ ਕੌਮਾ ਇਨ ਵਰਟਡ ਕੌਮਾ ਇਨ ਇਨਡਾਇਰੈਕਟ ਸਪੀਚ। ਠੀਕ ਹੈ, ਪਹਿਲੀ ਗੱਲ ਕੌਮਾ ਨਹੀਂ ਲੱਗਦਾ ਰਿਪੋਰਟਿੰਗ ਵਰਬ ਤੋਂ ਬਾਅਦ। ਦੂਜੀ ਗੱਲ, ਇਨਡਾਇਰੈਕਟ ਸਪੀਚ ਦੇ ਵਿੱਚ ਜਿਹੜੀ ਸਪੀਚ ਹੈ ਉਹਨੂੰ ਪੁੱਠੇ ਕੌਮਿਆਂ ਦੇ ਵਿੱਚ ਨਹੀਂ ਰੱਖਦੇ ਹੈਗੇ। ਠੀਕ ਹੈ। ਦੈਟ ਔਰ ਸਮ ਅਦਰ ਕੰਜੰਕਸ਼ਨ ਇਜ਼ ਐਡਡ। ਇਨਡਾਇਰੈਕਟ ਸਪੀਚ ਦੇ ਵਿੱਚ ਦੈਟ ਜਾਂ ਕੋਈ ਹੋਰ ਕੰਜੰਕਸ਼ਨ
ਉਹ ਅਸੀਂ ਐਡ ਕਰ ਦਿੰਦੇ ਆ। ਠੀਕ ਹੈ, ਤਾਂ ਅੱਗੇ ਹੈਗਾ ਬਈ ਰਿਪੋਰਟਿੰਗ ਵਰਬ। ਰਿਪੋਰਟਿੰਗ ਵਰਬ ਦਾ ਰਿਪੋਰਟਿੰਗ ਵਰਬਸ ਟੈਂਸ ਨੈਵਰ ਚੇਂਜ। ਰਿਪੋਰਟਿੰਗ ਵਰਬ ਦਾ ਟੈਂਸ ਹੈ ਜਿਹੜਾ ਉਹ ਕਦੇ ਵੀ ਚੇਂਜ ਨਹੀਂ ਹੁੰਦਾ। ਠੀਕ ਹੈ ਬਈ। ਫਿਰ ਹੈਗਾ ਪ੍ਰਨਾਉਨ ਇਨ ਰਿਪੋਰਟਡ ਸਪੀਚ ਚੇਂਜਸ ਅਕੋਰਡਿੰਗ ਟੂ ਸਬਜੈਕਟ ਐਂਡ ਆਬਜੈਕਟ ਆਫ ਰਿਪੋਰਟਿੰਗ ਵਰਬ। ਠੀਕ ਹੈ ਬਈ। ਕੀ ਹੈ? ਪ੍ਰਨਾਉਨ ਇਨ ਰਿਪੋਰਟਡ ਸਪੀਚ ਚੇਂਜ ਅਕੋਰਡਿੰਗ ਟੂ ਸਬਜੈਕਟ ਐਂਡ ਆਬਜੈਕਟ ਆਫ ਰਿਪੋਰਟਿੰਗ ਵਰਬ। ਠੀਕ ਹੈ ਬਈ। ਅੱਗੇ ਦੇਖੋ ਬਈ, ਸਭ ਤੋਂ ਪਹਿਲਾਂ ਹੈਗਾ ਰੂਲ ਫॉर ਚੇਂਜ ਆਫ ਪਰਸਨਲ ਪ੍ਰਨਾਉਨ ਐਂਡ ਪੋਜੈਸਿਵ ਐਡਜੈਕਟਿਵਸ। ਸਭ ਤੋਂ ਪਹਿਲਾਂ ਫਸਟ ਪਰਸਨ ਦੀ ਆਪਾਂ ਗੱਲ ਕਰੀਏ ਜੀ। ਫਸਟ ਪਰਸਨ ਕਿਹੜੇ ਕਿਹੜੇ ਹੁੰਦੇ ਆ? ਆਈ, ਮਾਈ, ਮੀ, ਵੀ, ਆਵਰ, ਅਸ। ਆਈ, ਮਾਈ, ਮੀ, ਵੀ, ਆਵਰ, ਅਸ। ਫਸਟ ਪਰਸਨ ਪ੍ਰਨਾਉਨ ਆਈ, ਮਾਈ, ਮੀ, ਵੀ, ਆਵਰ, ਅਸ ਆਫ ਰਿਪੋਰਟਡ ਸਪੀਚ। ਇਹ ਜਿਹੜੇ ਪਰਸਨ ਕਿਹਦੇ ਨੇ? ਰਿਪੋਰਟਡ ਸਪੀਚ ਦੇ ਨੇ। ਚੇਂਜ ਅਕੋਰਡਿੰਗ ਟੂ ਦ ਸਬਜੈਕਟ ਆਫ ਰਿਪੋਰਟਿੰਗ ਵਰਬ। ਜਾਣੀ ਰਿਪੋਰਟਡ ਸਪੀਚ ਦੇ ਫਸਟ ਪਰਸਨ ਆਈ, ਮਾਈ, ਮੀ, ਵੀ, ਆਵਰ, ਅਸ ਉਹ ਚੇਂਜ ਹੋਣਗੇ ਰਿਪੋਰਟਿੰਗ ਵਰਬ ਦੇ ਸਬਜੈਕਟ ਦੇ ਮੁਤਾਬਕ। ਠੀਕ ਹੈ ਬਈ। ਦੇਖੋ ਦ ਬॉय ਸੇਜ਼ ਆਈ ਐਮ ਅ ਸਟੂडेंट। आई एम अ स्टूडेंट। ठीक है। द बॉय सेज चेंज करांगे। द बॉय सेज दैट ही। देखो भाई, द बॉय सेज दैट ही इज अ स्टूडेंट। ही इज अ स्टूडेंट। देखो आई की है बेटा? फस्ट परसन किहदे मुताबिक बदलू? बॉय की है? ही। तो ही ऐड कर देंगे। डैट देखो ऐड करता अपन ने। ठीक है भाई। देखो अगे है भाई रूल फॉर चेंज ऑफ परसनल प्रनाउन एंड पोजैसिव एडजैक्टिव्स। हुण आपां गल करते हैं सैकंड परसन की। सैकंड परसन किहड़ा हुंदा है बई? यू ते यूअर। यू ते यूअर। हुण देखो की है? रिपोर्टड स्पीच विल चेंज अकॉर्डिंग टू ऑब्जेक्ट ऑफ रिपोर्टिंग वर्ब। मतलब रिपोर्टिंग स्पीच जिहड़ा सैकंड परसन है रिपोर्टड स्पीच दा सैकंड परसन यू ते यूअर ओह रिपोर्टिंग वर्ब दे ऑब्जेक्ट के मुताबिक बदलूगा। ऑब्जेक्ट के मुताबिक बदलूगा। देखो आई सैड टू हिम। आई सैड टू हिम। आई की है? सब्जैक्ट है। हिम की है बई? ऑब्जेक्ट है। आई सब्जैक्ट, हिम ऑब्जेक्ट। ठीक है। यू आर अ नाइस बॉय। हुण इनडायरैक्ट बनावांगे जदों आपां। देखो आई टोल्ड हिम दैट लग गया। ठीक है। यू सैकंड परसन है। यू किहदे मुताबिक बदलूगा? हिम के मुताबिक, क्योंकि हिम है जिहड़ा ऑब्जेक्ट है रिपोर्टिंग वर्ब का। यू दा हिम काह च बन जूगा? ही च, क्योंकि जिहड़ा हिम का सबजैक्टिव केस है वो ही है। ही। ठीक है। ते ही वाज अ नाइस बॉय। अगे देखो बेटा, फिर है बई आपां थर्ड परसन की गल करांगे। थर्ड परसन ही शी इट। थर्ड परसन की है बई?
ਹੀ ਸ਼ੀ ਇਟ, ਇਹ ਕਦੇ ਵੀ ਚੇਂਜ ਨਹੀਂ ਹੁੰਦੇ ਹੈਗੇ। ਜਿਹੜਾ ਹੀ ਸ਼ੀ ਇਟ ਹੈ ਇਹ ਕਦੇ ਵੀ ਚੇਂਜ ਨਹੀਂ ਹੁੰਦਾ। ਦੇਖ ਲਓ, ਹੀ ਆਈ ਸੈਡ, ਆਈ ਸੈਡ he is not doing his duty, he is not doing his duty। ਤਾਂ ਦੇਖੋ he said that, he said that ਕੌਮੇ ਹਟਾ ਕੇ ਲੱਗ ਗਿਆ he ਦਾ he ਕਿਉਂਕਿ ਥਰਡ ਪਰਸਨ ਹੈ ਇਸ ਕਰਕੇ ਚੇਂਜ ਨਹੀਂ ਹੁੰਦਾ ਹੈਗਾ। he was not doing his duty। ਠੀਕ ਹੈ ਬਈ, ਅੱਗੇ ਦੇਖੋ ਬੇਟਾ। ਹਾਂਜੀ, ਫਸਟ ਪਰਸਨ ਸਬਜੈਕਟ ਦੇ ਮੁਤਾਬਕ, ਸੈਕੰਡ ਪਰਸਨ ਆਬਜੈਕਟ ਦੇ ਮੁਤਾਬਕ, ਥਰਡ ਪਰਸਨ ਨੋ ਚੇਂਜ। ਸਿੰਪਲ ਤਰੀਕਾ ਬਈ ਇਹ 123/SON ਲਾ ਲਓ। ਠੀਕ ਹੈ, ਪਹਿਲੇ ਨੂੰ S ਨਾਲ, ਦੂਜੇ ਨੂੰ O ਨਾਲ, ਤੀਜੇ ਨੂੰ N ਨਾਲ। ਪਹਿਲਾ ਪਰਸਨ ਸਬਜੈਕਟ ਮੁਤਾਬਕ, ਦੂਜਾ ਪਰਸਨ ਆਬਜੈਕਟ ਮੁਤਾਬਕ, ਤੀਜਾ ਪਰਸਨ ਨੋ ਚੇਂਜ। ਠੀਕ ਹੈ ਬਈ, ਪੰਜਾਬੀ 'ਚ ਕਹਿੰਦੇ ਆ ਉੱਤਮ ਪੁਰਖ, ਮੱਧਮ ਪੁਰਖ ਤੇ ਤੀਜਾ ਪੁਰਖ ਕਿਹੜਾ ਹੁੰਦਾ ਹੈ? ਅੰਨ੍ਹਿਆ ਪੁਰਖ, ਅੰਨ੍ਹਿਆ ਪੁਰਖ। ਅੱਗੇ ਬਈ, ਹਾਂਜੀ, ਰੂਲ ਨੰਬਰ 1 ਦੇਖੋ, ਅਸੀਂ ਆਪਣਾ 3-4 ਜਿਹੜੇ ਸਪੀਚਸ ਨੇ ਉਹ ਆਪਾਂ ਚੇਂਜ ਕਰਕੇ ਦੇਖੀਆਂ ਨੇ। ਤਾਂ ਉਹਦੇ ਵਿੱਚ ਸਾਨੂੰ ਕੀ ਪਤਾ ਲੱਗਿਆ? ਨੋ ਚੇਂਜ ਇਨ ਟੈਂਸ ਆਫ ਰਿਪੋਰਟਰ, ਕੀ ਹੈ? ਰਿਪੋਰਟਡ ਸਪੀਚ। ਰਿਪੋਰਟਡ ਸਪੀਚ ਚੇਂਜ ਨਹੀਂ ਹੁੰਦੀ, ਉਹਦਾ ਟੈਂਸ ਚੇਂਜ ਨਹੀਂ ਹੁੰਦਾ। ਨੋ ਚੇਂਜ ਇਨ ਦਾ ਟੈਂਸ ਆਫ ਰਿਪੋਰਟਡ ਸਪੀਚ ਇਫ ਰਿਪੋਰਟਿੰਗ ਵਰਬ ਇਜ਼ ਇਨ ਪ੍ਰੈਜ਼ੈਂਟ ਔਰ ਇਨ ਫਿਊਚਰ। ਜੇਕਰ ਜਿਹੜੀ ਨਰੇਸ਼ਨ ਹੈ, ਡਾਇਰੈਕਟ ਨਰੇਸ਼ਨ ਹੈ, ਉਹਦਾ ਜਿਹੜਾ ਰਿਪੋਰਟਿੰਗ ਵਰਬ ਹੈ, ਉਹਦਾ ਜਿਹੜਾ ਰਿਪੋਰਟਿੰਗ ਵਰਬ ਹੈ, ਉਹਦਾ ਜਿਹੜਾ ਬਈ ਰਿਪੋਰਟਿੰਗ ਵਰਬ ਹੈ, ਰਿਪੋਰਟਿੰਗ ਵਰਬ ਦੇਖ ਆਪਾਂ ਗੱਲ ਕਰੀ ਸੀ। ਰਿਪੋਰਟਿੰਗ ਵਰਬ ਹੈ ਜੇ ਪ੍ਰੈਜ਼ੈਂਟ ਦੇ ਵਿੱਚ ਹੈ ਜਾਂ ਫਿਊਚਰ ਦੇ ਵਿੱਚ ਹੈ ਤਾਂ ਰਿਪੋਰਟਡ ਸਪੀਚ ਦਾ ਟੈਂਸ ਚੇਂਜ ਨਹੀਂ ਹੁੰਦਾ ਹੈਗਾ। ਰਿਪੋਰਟਡ ਸਪੀਚ ਦਾ ਟੈਂਸ ਚੇਂਜ ਨਹੀਂ ਹੁੰਦਾ। ਠੀਕ ਹੈ ਬਈ, ਦੇਖੋ ਅੱਗੇ ਦੇਖੋ ਬੇਟਾ। ਦੇਖੋ ਬਈ, ਪਹਿਲਾ ਦੇਖੋ ਡਾਇਰੈਕਟ ਨਰੇਸ਼ਨ ਹੈ। ਦੇਖੋ ਹੀ ਸੇਜ਼, ਸੇਜ਼ ਵਰਬ ਦੀ ਪਹਿਲੀ ਫਾਰਮ ਪ੍ਰੈਜ਼ੈਂਟ ਦੇ ਵਿੱਚ ਹੈ ਬਈ। ਆਹ ਦੇਖੋ ਪ੍ਰੈਜ਼ੈਂਟ ਦੇ ਵਿੱਚ ਹੈ ਇਹ। ਕੀ ਕਹਿੰਦੇ ਵੀ ਜੇ ਜਿਹੜਾ ਵਰਬ ਹੈ, ਜਿਹੜਾ ਕੀ ਹੈ ਬਈ ਰਿਪੋਰਟਿੰਗ ਵਰਬ ਹੈ, ਉਹ ਪ੍ਰੈਜ਼ੈਂਟ ਦੇ ਵਿੱਚ ਹੈ ਤਾਂ ਸੇਜ਼ ਮਤਲਬ ਪ੍ਰੈਜ਼ੈਂਟ। ਤਾਂ ਇਟ ਮੀਨਸ ਕੀ ਹੈ, ਜਿਹੜੀ ਆਹ ਸਪੀਚ ਹੈ ਇਹਦਾ ਟੈਂਸ ਨਹੀਂ ਚੇਂਜ ਹੁੰਦਾ। ਟੈਂਸ ਮੀਨਸ ਇਹ ਇੰਡੈਫੀਨਿਟ ਦੇ ਵਿੱਚ ਹੈ ਤਾਂ ਇੰਡੈਫੀਨਿਟ ਦੇ ਵਿੱਚ ਰਹੂ, ਕਿਉਂਕਿ ਵਰਬ ਦੀ ਪਹਿਲੀ ਫਾਰਮ ਦੇਖੋ ਇੰਡੈਫੀਨਿਟ ਤਾਂ ਇੰਡੈਫੀਨਿਟ ਦੇ ਵਿੱਚ ਹੀ ਰਹੂਗੀ, ਉਹ ਵੀ ਰਹੂ ਪ੍ਰੈਜ਼ੈਂਟ ਦੇ ਵਿੱਚ। ਦੇਖੋ ਹੀ ਸੇਜ਼ ਦੈਟ ਮੀਨਾ ਸਿੰਗਸ ਵੈਲ, ਮੀਨਾ ਸਿੰਗਸ ਵੈਲ। ਠੀਕ ਹੈ ਬਈ, ਅੱਗੇ ਅੱਗੇ ਦੇਖੋ ਬਈ ਫਿਊਚਰ ਟੈਂਸ ਬਾਰੇ ਕੀ ਹੈ? ਕਮਲਾ ਵਿਲ ਸੇ, ਬਿੱਲ ਲੱਗਿਆ ਫਿਊਚਰ ਹੈ ਬਈ। ਬਿੱਲ ਸ਼ੈਲ ਫਿਊਚਰ ਦੇ ਵਿੱਚ ਲੱਗਦਾ ਹੈ ਤਾਂ ਫਿਰ ਵੀ ਕੀ ਹੈ, ਜਿਹੜੀ ਆ ਸਪੀਚ ਹੈ ਇਹਦਾ ਟੈਂਸ ਫਿਰ ਨਹੀਂ ਚੇਂਜ ਹੁੰਦਾ। ਕਿਉਂ? ਕਿਉਂਕਿ ਉਹਦੇ ਵਿੱਚ ਕੀ ਕਿਹਾ ਗਿਆ? ਜਾਂ ਪ੍ਰੈਜ਼ੈਂਟ ਦੇ ਵਿੱਚ ਹੋਵੇ ਵਰਬ, ਵਰਬ ਕਿਹੜੇ 'ਚ ਹੋਵੇ? ਜਾਂ ਪ੍ਰੈਜ਼ੈਂਟ ਦੇ ਵਿੱਚ ਹੋਵੇ ਜਾਂ ਫਿਰ ਫਿਊਚਰ ਦੇ ਵਿੱਚ ਹੋਵੇ। ਆ ਫਿਊਚਰ ਦੇ ਵਿੱਚ ਹੈ ਤਾਂ ਇਹਦਾ ਜਿਹੜਾ ਟੈਂਸ ਹੈ ਉਹ ਚੇਂਜ ਨਹੀਂ ਹੁੰਦਾ ਹੈਗਾ। ਸ਼ੀਲਾ ਗੋਟ ਅ ਪ੍ਰਾਈਜ਼, ਜਿਵੇਂ ਦੇਖੋ ਕਮਲਾ ਵਿਲ ਸੇ, ਕਮਲਾ ਵਿਲ ਸੇ ਦੈਟ ਸ਼ੀਲਾ ਗੋਟ ਅ ਪ੍ਰਾਈਜ਼, ਦੈਟ ਸ਼ੀਲਾ ਗੋਟ ਅ ਪ੍ਰਾਈਜ਼। ਆ ਦੇਖੋ ਇੰਡੈਫੀਨਿਟ ਹੈ ਨਾ, ਪਾਸਟ ਇੰਡੈਫੀਨਿਟ ਗੋਟ, ਵਰਬ ਦੀ ਸੈਕੰਡ ਫਾਰਮ ਲੱਗੀ ਹੈ ਤਾਂ ਇੱਥੇ ਵੀ ਦੇਖੋ ਇਹਦੇ ਵਿੱਚ ਵੀ ਇਨਡਾਇਰੈਕਟ ਦੇ ਵਿੱਚ ਵੀ ਵਰਬ ਦੀ ਸੈਕੰਡ ਫਾਰਮ ਲੱਗੀ ਹੈ। ਠੀਕ ਹੈ ਬੇਟਾ, ਅੱਗੇ ਦੇਖੋ। ਅੱਗੇ ਬਈ ਜੇਕਰ ਜਿਹੜਾ ਰਿਪੋਰਟਿੰਗ ਵਰਬ ਹੈ, ਜਿਹੜਾ ਰਿਪੋਰਟਿੰਗ ਵਰਬ ਹੈ ਉਹ ਪਾਸਟ ਦੇ ਵਿੱਚ ਹੋਵੇ, ਉਹ ਕਾਹ 'ਚ ਹੋਵੇ? ਪਾਸਟ ਦੇ ਵਿੱਚ ਹੋਵੇ
ਤਾਂ ਜਿਹੜੀ ਸਪੀਚ ਹੈ, ਰਿਪੋਰਟਿੰਗ ਸਪੀਚ ਹੈ ਜਾਂ ਰਿਪੋਰਟਡ ਸਪੀਚ ਹੈ, ਉਹ ਵੀ ਪਾਸਟ ਦੇ ਵਿੱਚ ਹੀ ਬਦਲ ਜੂਗੀ, ਉਹ ਵੀ ਪਾਸਟ ਦੇ ਵਿੱਚ ਬਦਲ ਜੂ, ਚੇਂਜ ਹੋ ਜੂ। ਠੀਕ ਹੈ ਬਈ। ਜੇਕਰ ਜੇਕਰ ਰਿਪੋਰਟਿੰਗ ਵਰਬ ਜੇਕਰ ਰਿਪੋਰਟਿੰਗ ਵਰਬ ਪਾਸਟ ਦੇ ਵਿੱਚ ਹੈ ਤਾਂ ਜਿਹੜੀ ਰਿਪੋਰਟਡ ਸਪੀਚ ਹੈ ਉਹ ਕੀ ਚੇਂਜ ਹੋ ਜੂਗੀ, ਪਾਸਟ ਦੇ ਵਿੱਚ ਹੋ ਜੂਗੀ। ਕਾਹ 'ਚ ਹੋ ਜੂਗੀ, ਪਾਸਟ ਦੇ ਵਿੱਚ। ਦੇਖੋ ਦੇਖੋ ਬਈ, ਇਹ ਹੈ ਬਈ ਸ਼ੀਲਾ ਸੈਡ, ਸ਼ੀਲਾ ਸੈਡ ਆਈ ਵਰਕ ਵੈਰੀ ਹਾਰਡ। ਸੈਡ ਲੱਗਿਆ, ਵਰਬ ਦੀ ਸੈਕੰਡ ਫਾਰਮ ਹੈ, ਪਾਸਟ ਦੇ ਵਿੱਚ ਹੈ ਬਈ। ਦੇਖੋ ਤਾਂ ਦੇਖੋ ਇਹ ਕੀ ਹੈ, ਪ੍ਰੈਜ਼ੈਂਟ ਵਰਕ, ਆਈ ਵਰਕ ਹੈ ਨਾ, ਤਾਂ ਪ੍ਰੈਜ਼ੈਂਟ ਇੰਡੈਫੀਨਿਟ ਹੈ। ਪ੍ਰੈਜ਼ੈਂਟ ਇੰਡੈਫੀਨਿਟ ਕਾਹ 'ਚ ਬਦਲ ਜੂ, ਪਾਸਟ ਇੰਡੈਫੀਨਿਟ 'ਚ ਬਦਲ ਜੂ ਬਈ। ਠੀਕ ਹੈ। ਵਰਬ ਦੀ ਪਹਿਲੀ ਫਾਰਮ ਜੇਕਰ ਡਾਇਰੈਕਟ ਸਪੀਚ ਦੇ ਵਿੱਚ ਹੋਵੇ ਤਾਂ ਜਿਹੜੀ ਇਨਡਾਇਰੈਕਟ ਹੈ ਉਹਦੇ ਵਿੱਚ ਸੈਕੰਡ ਲੱਗ ਜਾਂਦੀ ਹੈ। ਦੇਖੋ ਸ਼ੀਲਾ ਸੈਡ ਦੈਟ, ਸ਼ੀਲਾ ਸੈਡ ਦੈਟ ਸ਼ੀ ਵਰਕਡ ਵੈਰੀ ਹਾਰਡ, ਸ਼ੀ ਵਰਕਡ ਵੈਰੀ ਹਾਰਡ। ਠੀਕ ਹੈ ਬਈ। ਜੇਕਰ ਜੇਕਰ ਜਿਹੜਾ ਰਿਪੋਰਟਿੰਗ ਵਰਬ ਹੈ ਉਹ ਪਾਸਟ ਦੇ ਵਿੱਚ ਹੈ ਤਾਂ ਜਿਹੜੀ ਸਪੀਚ ਹੈ ਉਹ ਵੀ ਪਾਸਟ ਦੇ ਵਿੱਚ ਚੇਂਜ ਹੋ ਜੂਗੀ। ਸ਼ੀਲਾ ਸੈਡ ਦੈਟ ਸ਼ੀ ਵਰਕਡ, ਵਰਕਡ ਇਹਦੇ ਵਰਕ ਸੀਗਾ, ਇਹਦੇ ਵਰਕਡ ਹੈ ਬਈ। ਇਹ ਪ੍ਰੈਜ਼ੈਂਟ ਹੈ, ਇਹ ਪਾਸਟ ਹੈ। ਗੱਲ ਸਮਝ ਆ ਗਈ ਬੇਟਾ? ਅੱਗੇ ਚਲੋ ਬਈ। ਦੇਖੋ ਬਈ, ਇਹ ਆਪਾਂ ਵੈਸੇ ਤਾਂ ਕਿਸੇ ਦੋ ਵਾਰ ਆਪਾਂ ਇਦੋਂ ਪਹਿਲਾਂ ਦੋ ਵੀਡੀਓ ਜਿਹੜੀਆਂ ਪਾਈਆਂ ਨੇ ਨਰੇਸ਼ਨ ਦੀਆਂ ਉਹਦੇ ਵਿੱਚ ਆਪਾਂ ਕਰ ਲਈਆਂ, ਫਿਰ ਵੀ ਮੈਂ ਸੋਚਿਆ ਵੀ ਥੋੜਾ ਜਿਹਾ ਬੇਸਿਕ ਇਹਦੇ ਬਾਰੇ ਦੁਬਾਰੇ ਦੱਸਿਆ ਜਾਵੇ। ਦੇਖੋ ਜਿਵੇਂ ਪ੍ਰੈਜ਼ੈਂਟ ਇੰਡੈਫੀਨਿਟ ਹੈ ਬੇਟਾ, ਉਹ ਪਾਸਟ ਇੰਡੈਫੀਨਿਟ ਚੇਂਜ ਹੋਊਗਾ। ਪ੍ਰੈਜ਼ੈਂਟ ਕੰਟੀਨਿਊਅਸ ਪਾਸਟ ਕੰਟੀਨਿਊਅਸ ਦੇ ਵਿੱਚ, ਪ੍ਰੈਜ਼ੈਂਟ ਪਰਫੈਕਟ ਪਾਸਟ ਪਰਫੈਕਟ ਦੇ ਵਿੱਚ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ ਪਾਸਟ ਪਰਫੈਕਟ ਕੰਟੀਨਿਊਅਸ ਦੇ ਵਿੱਚ, ਪਾਸਟ ਇੰਡੈਫੀਨਿਟ ਪਾਸਟ ਇੰਡੈਫੀਨਿਟ ਪਾਸਟ ਪਰਫੈਕਟ ਦੇ ਵਿੱਚ, ਤੇ ਪਾਸਟ ਕੰਟੀਨਿਊਅਸ ਬਈ, ਪਾਸਟ ਕੰਟੀਨਿਊਅਸ ਹੈ ਇਹ, ਪਾਸਟ ਕੰਟੀਨਿਊਅਸ ਪਾਸਟ ਪਰਫੈਕਟ ਕੰਟੀਨਿਊਅਸ ਦੇ ਵਿੱਚ ਮੇ ਮਾਈਟ ਬਣ ਜੂਗਾ, ਕੈਨ ਕੁੱਡ ਬਣ ਜੂਗਾ, ਸ਼ੈਲ ਵਿਲ ਵੁੱਡ ਬਣ ਜੂਗਾ, ਤੇ ਵਰਬ ਦੀ ਪਹਿਲੀ ਫਾਰਮ ਲੱਗੂਗੀ ਇਹਨਾਂ ਨਾਲ। ਠੀਕ ਹੈ। ਮੇ ਕੈਨ ਸ਼ੈਲ ਵਿਲ, ਮੇ ਕੁੱਡ ਵੁੱਡ ਦੇ ਨਾਲ ਵਰਬ ਦੀ ਪਹਿਲੀ ਫਾਰਮ ਲੱਗ ਜੂਗੀ। ਠੀਕ ਹੈ ਬਈ। ਅੱਗੇ ਦੇਖੋ ਬੱਤਾ। ਹਾਂਜੀ, ਚੇਂਜ ਆਫ ਵਰਡਸ ਸ਼ੋਇੰਗ ਨੀਅਰਨੈਸ। ਹੁਣ ਦੇਖੋ ਬਈ, ਜੇਕਰ ਡਾਇਰੈਕਟ ਨਰੇਸ਼ਨ ਦੇ ਵਿੱਚ ਹੇਅਰ ਲੱਗਿਆ ਤਾਂ ਇੱਥੇ ਦੇਅਰ ਲੱਗੂਗਾ। ਠੀਕ ਹੈ। ਤਾਂ ਆਹ ਦੋ ਉਹ ਨੇ, ਇਹਨੂੰ ਐ ਕਰ ਲੈਂਦੇ ਆਪਾਂ। ਆਹ ਡਾਇਰੈਕਟ ਹੈ, ਆਹ ਇਨਡਾਇਰੈਕਟ ਹੈ। ਦਿਸ ਦੈਟ ਚੇਂਜ ਹੋ ਜੂਗਾ, ਦੀਸ ਦੋਜ਼ ਚੇਂਜ ਹੋ ਜੂ, ਨਾਓ ਦੈਨ ਚ, ਦਸ ਦੋਜ਼, ਹੈਂਸ ਦੈਨਸ। ਠੀਕ ਹੈ। ਟੁਡੇ that day, tomorrow, the next day, yesterday, the previous day, last night, the previous night, the next day, the following day। ठीक है बेटा। ਅੱਗੇ ਦੇਖੋ ਬਈ। ਹਾਂਜੀ ਦੇਖੋ, ਸਮ ਕੀ ਹੈ, ਸਮ ਅਦਰ ਰੂਲ ਫॉर ਚੇਂਜ ਆਫ ਕਨਵਰਸੇਸ਼ਨ। ਜਿਵੇਂ ਸੇ ਟੂ ਟੈਲ ਦੇ ਵਿੱਚ ਹੋ ਜਾਂਦਾ ਬਈ, ਸੇਜ਼ ਟੂ ਟੈਲਸ ਦੇ ਵਿੱਚ, ਵਿਲ ਸੇ ਟੂ ਵਿਲ ਟੈਲ, ਸੈਡ ਟੂ ਟੋਲਡ ਦੇ ਵਿੱਚ। ਹੁਣ ਦੇਖੋ ਜੇ ਆਰਡਰ ਵਾਲੇ ਵਾਕ ਹੋਣ ਤਾਂ ਸੈਡ ਟੂ ਆਰਡਰ ਦੇ ਵਿੱਚ, ਜੇ ਰਿਕੁਐਸਟ ਵਾਲਾ ਹੋਵੇ ਤਾਂ ਰਿਕੁਐਸਟਡ ਦੇ ਵਿੱਚ, ਜੇ ਮੰਨ ਲਓ ਯਾਚਨਾ ਕਰਦਾ ਕੋਈ, ਬੈਗ ਕਰਦਾ ਤਾਂ ਬੈਗਡ, ਤੇ ਸੈਡ ਟੂ ਆਸਕਡ ਦੇ ਵਿੱਚ ਵੀ ਬਦਲਿਆ ਜਾਂਦਾ ਜਦੋਂ ਕੋਈ ਕੁਐਸਚਨ ਪੁੱਛਦਾ। ਠੀਕ ਹੈ ਬਈ। ਅੱਗੇ ਦੇਖੋ ਬੇਟਾ। ਹਾਂਜੀ, ਇੰਟੈਰੋਗੇਟਿਵ ਸੈਂਟੈਂਸਸ ਦੇ ਵਿੱਚ ਕੀ ਹੈ ਬਈ, ਸੇ ਔਰ ਸੇ ਟੂ ਨੂੰ ਆਸਕ ਦੇ ਵਿੱਚ ਬਦਲਿਆ ਜਾਂਦਾ। ਠੀਕ ਹੈ। ਇਹ ਗੱਲ ਕਰ ਰਹੇ ਹਾਂ ਸੇ ਤੇ ਸੇਜ਼ ਟੂ ਨੂੰ ਆਸਕਸ ਦੇ ਵਿੱਚ, ਇੰਟੈਰੋਗੇਟਿਵ ਸੈਂਟੈਂਸ ਦੀ ਗੱਲ ਕਰ ਰਹੇ ਹਾਂ ਆਪਾਂ। ਠੀਕ ਹੈ।
ਤੇ ਸੈਡ ਟੂ ਨੂੰ ਬਈ ਆਸਕਡ ਦੇ ਵਿੱਚ ਬਦਲਿਆ ਜਾਂਦਾ ਹੈ। ਠੀਕ ਹੈ ਬੇਟਾ। ਓਕੇ। ਅੱਛਾ ਵੀ ਇਹ ਕੁਝ ਕੁ ਮੇਨ ਗੱਲਾਂ ਸੀਗੀਆਂ। ਠੀਕ ਹੈ, ਮੈਨੂੰ ਲੱਗਿਆ ਵੀ ਇਹ ਤੁਹਾਡੇ ਨਾਲ ਕਰਨੀਆਂ ਚਾਹੀਦੀਆਂ ਨੇ। ਤਾਂ ਬਹੁਤ ਬਹੁਤ ਮਿਹਰਬਾਨੀ। ਇਹਨੂੰ ਦੇਖੋ, ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਪੁੱਛ ਸਕਦੇ ਹੋ ਜਦੋਂ ਮਰਜ਼ੀ ਫੋਨ ਕਰਕੇ, ਜਾਂ ਭਾਈ ਗਰੁੱਪ ਪਾ ਲਿਓ, ਜਿਹੜੇ ਕਲਾਸ ਤੁਹਾਡੀ ਬਣੀ ਹੋਈ ਹੈ ਉਹਦੇ ਗਰੁੱਪ ਦੇ ਵਿੱਚ ਪਾ ਕੇ ਵੀ ਤੁਸੀਂ ਕੋਈ ਵੀ ਗੱਲ ਪੁੱਛ ਸਕਦੇ ਹੋ। ਠੀਕ ਹੈ ਬੇਟਾ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ।